ਸੰਗਤ ਜੀ, ਸਭ ਤੋਂ ਪਹਿਲਾਂ ਗੱਜ ਕੇ ਬੁਲਾਓ ਫਤਿਹ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਗੱਲ ਕਰਾਂਗੇ ਇਸ ਘਟਨਾ ਬਾਰੇ। ਤੁਸੀਂ ਵੀਡੀਓ ਦੇ ਆਖਿਰ ਤੱਕ ਬਣੇ ਰਹੋ ਅਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖ ਕੇ ਹਾਜ਼ਰੀ ਜ਼ਰੂਰ ਲਗਵਾਓ ਜੀ ਕਰ ਲੈਂਦੇ ਹਾਂ। ਗੁਰਪ੍ਰੀਤ ਕੌਰ ਆਪਣੇ ਦਫ਼ਤਰ ਦਾ ਕੰਮ ਖਤਮ ਕਰਕੇ ਬਠਿੰਡੇ ਤੋਂ ਲੁਧਿਆਣੇ ਆਪਣੇ ਘਰ ਆ ਰਹੀ ਸੀ। ਤੇਜ਼ ਰਫ਼ਤਾਰ ਹੋਣ ਦੇ ਕਾਰਨ ਉਸ ਦੀ ਗੱਡੀ ਬੇਕਾਬੂ ਹੋ ਕੇ ਸੜਕ ਦੇ ਡਿਵਾਈਡਰ ਤੇ ਜਾ ਵੱਜੀ। ਬਹੁਤ ਭਿਆਨਕ ਐਕਸੀਡੈਂਟ ਹੋਇਆ ਜਿਸ ਨਾਲ ਕਾਰ ਪੂਰੀ ਤਰ੍ਹਾਂ ਟੁੱਟ ਗਈ। ਐਕਸੀਡੈਂਟ ਇੰਨਾ ਭਿਆਨਕ ਸੀ ਕਿ ਗੁਰਪ੍ਰੀਤ ਕੌਰ ਨੂੰ ਕਾਰ ਦੇ ਹਿੱਸਿਆਂ ਨੂੰ ਕੱਟ-ਕੱਟ ਕੇ ਬਾਹਰ ਕੱਢਿਆ ਗਿਆ ਤੇ ਬਾਅਦ ਦੇ ਵਿੱਚ ਹਸਪੀਟਲ ਲੈ ਜਾਇਆ ਗਿਆ। ਗੁਰਪ੍ਰੀਤ ਕੌਰ ਦੀ ਹਾਲਤ ਦੇਖ ਕੇ ਤਾਂ ਇੰਜ ਲੱਗ ਰਿਹਾ ਸੀ ਕਿ ਜਿਵੇਂ ਉਹ ਨਹੀਂ ਬਚੇਗੀ, ਪਰ ਉਸ ਦਾ ਇਲਾਜ ਕਰਵਾਇਆ ਗਿਆ ਤੇ ਉਸ ਦਾ ਚੂਲਾ ਖਰਾਬ ਹੋ ਗਿਆ, ਜਿਸ ਤੋਂ ਬਾਅਦ ਗੁਰਪ੍ਰੀਤ ਕੌਰ ਦੀ ਜਾਨ ਤਾਂ ਬਚ ਗਈ ਪਰ ਉਸ ਦੀ ਲੱਤ ਕੱਟਣੀ ਪਈ। ਦੁੱਖ ਤਾਂ ਇਹੀ ਸੀ ਕਿ ਗੁਰਪ੍ਰੀਤ ਕੌਰ ਹੁਣ ਤਾਂ ਨਾ ਚੱਲ ਸਕਦੀ ਸੀ ਤੇ ਨਾ ਹੀ ਬੈਠ ਸਕਦੀ ਸੀ। ਲੰਡਨ ਦੇ ਗੁਰਦੁਆਰੇ ਸਾਹਿਬ ਦੇ ਹੈੱਡ ਗ੍ਰੰਥੀ ਹਰਦੀਪ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਕੌਰ ਦੇ ਪਿਤਾ ਇੱਕ ਸਰਕਾਰੀ ਨੌਕਰੀ ਦੇ ਉੱਤੇ ਸੀ। ਗੁਰਪ੍ਰੀਤ ਕੌਰ ਦਾ ਪਰਿਵਾਰ ਲੁਧਿਆਣੇ ਨਾਲ ਸੰਬੰਧ ਰੱਖਦਾ ਸੀ ਤੇ ਜਦੋਂ ਗੁਰਪ੍ਰੀਤ ਕੌਰ 10 ਸਾਲਾਂ ਦੀ ਸੀ ਤਾਂ ਉਸ ਦੀ ਮਾਂ ਇੱਕ ਲੰਬੀ ਬਿਮਾਰੀ ਤੋਂ ਬਾਅਦ ਚੱਲ ਬਸੀ, ਜਿਸ ਤੋਂ ਬਾਅਦ ਗੁਰਪ੍ਰੀਤ ਕੌਰ ਦੇ ਪਿਤਾ ਗੁਰਚਰਨ ਸਿੰਘ ਨੇ ਹੀ ਉਸ ਦੀ ਪਰਵਰਿਸ਼ ਕੀਤੀ। ਰਿਸ਼ਤੇਦਾਰਾਂ ਦੇ ਕਹਿਣ ਤੇ ਗੁਰਪ੍ਰੀਤ ਕੌਰ ਦੇ ਪਿਤਾ ਗੁਰਚਰਨ ਸਿੰਘ ਨੇ ਦੂਸਰਾ ਵਿਆਹ ਕਰਵਾ ਲਿਆ ਤੇ ਦੂਸਰੀ ਪਤਨੀ ਨੇ ਗੁਰਪ੍ਰੀਤ ਕੌਰ ਨੂੰ ਮਾਮਾ ਵਾਲਾ ਪਿਆਰ ਦਿੱਤਾ। ਸਮਾਂ ਲੰਘਿਆ ਤਾਂ ਗੁਰਚਰਨ ਸਿੰਘ ਦੀ ਦੂਸਰੀ ਪਤਨੀ ਦੇ ਬੱਚਾ ਹੋਣ ਵਾਲਾ ਸੀ, ਪਰ ਕਿਸੇ ਕਾਰਨ ਕਰਕੇ ਬੱਚੇ ਹੋਣ ਤੋਂ ਪਹਿਲਾਂ ਹੀ ਗੁਰਚਰਨ ਸਿੰਘ ਦੀ ਦੂਸਰੀ ਪਤਨੀ ਦੀ ਵੀ ਮੌਤ ਹੋ ਗਈ ਤੇ ਉਸ ਦਾ ਬੱਚਾ ਵੀ ਨਾਲ ਹੀ ਮਰ ਗਿਆ। ਹੁਣ ਗੁਰਪ੍ਰੀਤ ਕੌਰ ਦਾ ਇੰਨਾ ਭਿਆਨਕ ਐਕਸੀਡੈਂਟ ਹੋਇਆ ਸੀ ਤੇ ਪਿਤਾ ਗੁਰਚਰਨ ਸਿੰਘ ਨੇ ਹੀ ਉਸ ਦੇ ਦੇਖਭਾਲ ਕੀਤੀ। ਬਹੁਤ ਮੁਸ਼ਕਲਾਂ ਤੋਂ ਬਾਅਦ ਗੁਰਪ੍ਰੀਤ ਕੌਰ ਦਾ ਕੈਰੀਅਰ ਬਣਿਆ ਸੀ। ਉਹ ਸਮਾਂ ਆ ਚੁੱਕਿਆ ਸੀ ਕਿ ਗੁਰਪ੍ਰੀਤ ਕੌਰ ਹੁਣ ਬੈਠ ਵੀ ਨਹੀਂ ਸਕਦੀ ਸੀ। ਬੜੀ ਮੁਸ਼ਕਲ ਦੇ ਨਾਲ ਹੀ ਉਸ ਦਾ ਪਿਤਾ ਉਸ ਨੂੰ ਸਹਾਰਾ ਦੇ ਕੇ ਬਿਠਾਉਂਦਾ ਸੀ ਤੇ ਰੋਟੀ ਪਾਣੀ ਖਵਾਉਂਦਾ ਸੀ ਤੇ ਬਾਅਦ ਵਿੱਚ ਉਸ ਦੀ ਕਿਰਿਆ ਵੀ ਸੋਧਦਾ ਸੀ। ਗੁਰਪ੍ਰੀਤ ਕੌਰ ਦਾ ਪਰਿਵਾਰ ਹੁਣ ਕਾਫੀ ਤੰਗੀ ਕੱਟ ਰਿਹਾ ਸੀ, ਪਰ ਪਰਮਾਤਮਾ ਦੇ ਰੰਗਾਂ ਨੂੰ ਕੋਈ ਨਹੀਂ ਸਮਝ ਸਕਦਾ। ਗੁਰਪ੍ਰੀਤ ਕੌਰ ਦਾ ਇੱਕੋ ਇੱਕ ਸਹਾਰਾ ਉਸ ਦਾ ਪਿਤਾ ਇੱਕ ਦਿਨ ਰਸੋਈ ਦੇ ਵਿੱਚ ਕੰਮ ਕਰ ਰਿਹਾ ਸੀ ਤੇ ਅਚਾਨਕ ਹੀ ਡਿੱਗ ਗਿਆ, ਜਿਸ ਤੋਂ ਬਾਅਦ ਉਹ ਵੀ ਇਸ ਜਹਾਨੋਂ ਤੁਰ ਗਿਆ। ਹੁਣ ਗੁਰਪ੍ਰੀਤ ਕੌਰ ਇਕੱਲੀ ਰਹਿ ਚੁੱਕੀ ਸੀ। ਉਸ ਦਾ ਸਹਾਰਾ ਉਸ ਦਾ ਪਿਤਾ ਵੀ ਮਰ ਚੁੱਕਿਆ ਸੀ। ਕੁਝ ਕੁ ਦਿਨਾਂ ਬਾਅਦ ਗੁਰਪ੍ਰੀਤ ਕੌਰ ਦੇ ਰਿਸ਼ਤੇਦਾਰਾਂ ਨੇ ਉਸ ਨੂੰ ਸੰਭਾਲਿਆ, ਪਰ ਉਸ ਦੀ ਸਾਂਭ ਸੰਭਾਲ ਬਹੁਤ ਹੀ ਮੁਸ਼ਕਲ ਸੀ। ਬਾਅਦ ਵਿੱਚ ਲੰਡਨ ਦੇ ਵਿੱਚ ਰਹਿੰਦੇ ਗੁਰਪ੍ਰੀਤ ਕੌਰ ਦਾ ਮਾਮਾ ਭਾਰਤ ਆਇਆ। ਉਸਨੇ ਗੁਰਪ੍ਰੀਤ ਕੌਰ ਦੀ ਹਾਲਤ ਦੇਖੀ ਤੇ ਇਹ ਫੈਸਲਾ ਕੀਤਾ ਕਿ ਉਹ ਗੁਰਪ੍ਰੀਤ ਕੌਰ ਨੂੰ ਲੰਡਨ ਵਿੱਚ ਹੀ ਲੈ ਜਾਣਗੇ ਤੇ ਉਸ ਦਾ ਉੱਥੇ ਇਲਾਜ ਕਰਵਾਉਣਗੇ। ਕੁਝ ਕੁ ਮਹੀਨਿਆਂ ਲਈ ਉਸਨੇ ਗੁਰਪ੍ਰੀਤ ਕੌਰ ਨੂੰ ਸਾਂਭਣ ਵਾਸਤੇ ਇੱਕ ਨਰਸ ਨੂੰ ਰੱਖਿਆ ਤੇ ਗੁਰਪ੍ਰੀਤ ਕੌਰ ਦੇ ਪੇਪਰ ਤਿਆਰ ਕਰਵਾ ਕੇ 2 ਮਹੀਨਿਆਂ ਦੇ ਵਿੱਚ ਹੀ ਉਸ ਨੂੰ ਲੰਡਨ ਲੈ ਗਏ। ਗੁਰਪ੍ਰੀਤ ਕੌਰ ਦੇ ਮਾਮਾ ਜੀ ਨੇ ਲੰਡਨ ਦੇ ਵਿੱਚ ਇੱਕ ਅੰਗਰੇਜ਼ ਔਰਤ ਦੇ ਨਾਲ ਵਿਆਹ ਕਰਵਾਇਆ ਹੋਇਆ ਸੀ ਤੇ ਘਰ ਦੇ ਵਿੱਚ ਗੁਰਪ੍ਰੀਤ ਕੌਰ ਦੀ ਮੌਜੂਦਗੀ ਉਸ ਦੀ ਮਾਮੀ ਨੂੰ ਪਸੰਦ ਨਹੀਂ ਸੀ। ਫਿਰ ਵੀ ਉਸ ਦਾ ਮਾਮਾ ਗੁਰਪ੍ਰੀਤ ਕੌਰ ਦਾ ਇਲਾਜ ਕਰਵਾ ਰਿਹਾ ਸੀ, ਪਰ ਜਦੋਂ ਉਸ ਦਾ ਮਾਮਾ ਕੰਮ ਤੇ ਚਲਿਆ ਜਾਂਦਾ ਤਾਂ ਉਸ ਦੀ ਮਾਮੀ ਉਸ ਨੂੰ ਤਾਨੇ ਦੇ ਦੇ ਕੇ ਤੰਗ ਕਰਦੀ। ਹੌਲੀ ਹੌਲੀ ਉਸ ਦੇ ਮਾਮੇ ਨੇ ਉਸ ਦਾ ਅਜਿਹਾ ਇਲਾਜ ਕਰਵਾਇਆ ਕਿ ਗੁਰਪ੍ਰੀਤ ਕੌਰ ਬੈਠਣ ਜੋਗੀ ਹੋ ਗਈ ਤੇ ਵੀਲ ਚੇਅਰ ਉੱਤੇ ਆਪਣੇ ਆਪ ਹੀ ਘੁੰਮਦੀ ਰਹਿੰਦੀ ਸੀ। ਗੁਰਪ੍ਰੀਤ ਕੌਰ ਨੇ ਸੋਚਿਆ ਕਿ ਘਰ ਦੇ ਵਿੱਚ ਰਹਿ ਕੇ ਤਾਂ ਪਰੇਸ਼ਾਨ ਹੀ ਹੋਵਾਂਗੀ, ਇਸ ਲਈ ਉਸਨੇ ਆਪਣੇ ਘਰ ਦੇ ਕੋਲ ਬਣੇ ਗੁਰਦੁਆਰੇ ਸਾਹਿਬ ਦੇ ਵਿੱਚ ਜਾਣਾ ਸ਼ੁਰੂ ਕਰ ਦਿੱਤਾ। ਜਿਸ ਗੁਰਦੁਆਰੇ ਸਾਹਿਬ ਦੇ ਵਿੱਚ ਮੈਂ ਹੈੱਡ ਗ੍ਰੰਥੀ ਸੀ, ਜਦੋਂ ਗੁਰਪ੍ਰੀਤ ਕੌਰ ਗੁਰਦੁਆਰੇ ਸਾਹਿਬ ਆਉਂਦੀ
ਤਾਂ ਮੈਨੂੰ ਬੜਾ ਪਿਆਰ ਦੇ ਨਾਲ ਬੁਲਾਉਂਦੀ ਸੀ ਤੇ ਉਸ ਸਮੇਂ ਇੱਕ ਹੋਰ ਮੁੰਡਾ ਵੀ ਗੁਰਦੁਆਰੇ ਸਾਹਿਬ ਦੇ ਵਿੱਚ ਹਰ ਰੋਜ਼ ਆਉਂਦਾ ਸੀ ਤੇ ਗੁਰਪ੍ਰੀਤ ਕੌਰ ਨੂੰ ਦੇਖਦਾ ਰਹਿੰਦਾ ਸੀ। ਗੁਰਪ੍ਰੀਤ ਕੌਰ ਦੀ ਜ਼ਿੰਦਗੀ ਬਾਰੇ ਸੁਣ ਕੇ ਉਸ ਨੂੰ ਬਹੁਤ ਦੁੱਖ ਮਹਿਸੂਸ ਹੋਇਆ ਕਿ ਕਿਵੇਂ ਇੱਕ ਵਧੀਆ ਨੌਕਰੀ ਕਰਨ ਵਾਲੀ ਕੁੜੀ ਅੱਜ ਇਹਨਾਂ ਹਾਲਾਤਾਂ ਦੇ ਵਿੱਚ ਪਹੁੰਚ ਚੁੱਕੀ ਹੈ। ਉਸ ਲੜਕੇ ਨੇ ਫੈਸਲਾ ਕੀਤਾ ਕਿ ਉਹ ਗੁਰਪ੍ਰੀਤ ਕੌਰ ਦੇ ਨਾਲ ਵਿਆਹ ਕਰਵਾਵੇਗਾ ਤੇ ਗੁਰਪ੍ਰੀਤ ਕੌਰ ਦਾ ਦੁੱਖ ਵੰਡੇਗਾ। ਜਦੋਂ ਉਸਨੇ ਇਸ ਬਾਰੇ ਗੁਰਪ੍ਰੀਤ ਕੌਰ ਦੇ ਮਾਮੇ ਦੇ ਨਾਲ ਗੱਲ ਕੀਤੀ ਤਾਂ ਗੁਰਪ੍ਰੀਤ ਕੌਰ ਦੇ ਮਾਮੇ ਨੇ ਕਿਹਾ ਕਿ ਕਾਕਾ, ਸ਼ਕਲਾਂ ਦੇ ਵਿੱਚ ਕੁਝ ਨਹੀਂ ਰੱਖਿਆ ਹੁੰਦਾ। ਗੁਰਪ੍ਰੀਤ ਕੌਰ ਚਾਹੇ ਸੋਹਣੀ ਹੈ ਪਰ ਇਸ ਦੀ ਸਾਂਭ ਸੰਭਾਲ ਕਰਨਾ ਬਹੁਤ ਮੁਸ਼ਕਲ ਹੈ। ਕੁਝ ਸਮੇਂ ਬਾਅਦ ਤੈਨੂੰ ਗੁਰਪ੍ਰੀਤ ਕੌਰ ਬੋਝ ਲੱਗਣ ਲੱਗ ਜਾਵੇਗੀ। ਇੱਕ ਵਾਰ ਸੋਚ ਲੈ, ਫਿਰ ਹੀ ਕੋਈ ਫੈਸਲਾ ਲਵੀਂ। ਉਸ ਲੜਕੇ ਨੇ ਕਿਹਾ ਕਿ ਮੈਂ ਸਾਰੀ ਉਮਰ ਹੀ ਗੁਰਪ੍ਰੀਤ ਕੌਰ ਦਾ ਖਿਆਲ ਰੱਖਾਂਗਾ। ਜਿਸ ਤੋਂ ਬਾਅਦ ਗੁਰਪ੍ਰੀਤ ਤੇ ਉਸ ਦਾ ਮਾਮਾ ਜੀ ਵਿਆਹ ਦੇ ਲਈ ਰਾਜ਼ੀ ਹੋ ਗਏ। ਇਹ ਸਭ ਗੱਲਾਂ ਗੁਰਦੁਆਰੇ ਸਾਹਿਬ ਦੇ ਵਿੱਚ ਹੀ ਮੇਰੇ ਸਾਹਮਣੇ ਹੋਈਆਂ। ਪਰ ਪਰਮਾਤਮਾ ਦਾ ਭਾਣਾ ਦੇਖੋ, ਇਸ ਗੱਲ ਤੋਂ 5 ਦਿਨਾਂ ਬਾਅਦ ਹੀ ਗੁਰਪ੍ਰੀਤ ਕੌਰ ਦੇ ਮਾਮਾ ਜੀ ਦੀ ਮੌਤ ਹੋ ਗਈ ਤੇ ਉਸ ਦੀ ਮੌਤ ਵੀ ਇੱਕ ਐਕਸੀਡੈਂਟ ਦੇ ਵਿੱਚ ਹੋਈ। ਉਸ ਦੇ ਮਾਮਾ ਜੀ ਦੀ ਮੌਤ ਤੋਂ ਬਾਅਦ ਗੁਰਪ੍ਰੀਤ ਕੌਰ ਦੀ ਮਾਮੀ ਨੇ ਉਸ ਨੂੰ ਘਰੋਂ ਕੱਢ ਦਿੱਤਾ ਤੇ ਅਜਿਹੀ ਹਾਲਤ ਦੇ ਵਿੱਚ ਗੁਰਪ੍ਰੀਤ ਕੌਰ 3 ਦਿਨਾਂ ਦੇ ਲਈ ਸੜਕ ਦੇ ਉੱਤੇ ਪਈ ਸੀ। ਗੁਰਪ੍ਰੀਤ ਚਾਹੁੰਦੀ ਸੀ ਤਾਂ ਉਸ ਲੜਕੇ ਦੇ ਕੋਲ ਵੀ ਜਾ ਸਕਦੀ ਸੀ, ਪਰ ਉਹ ਲੜਕੇ ਦੇ ਉੱਤੇ ਬੋਝ ਨਹੀਂ ਬਣਨਾ ਚਾਹੁੰਦੀ ਸੀ। ਇੱਕ ਦਿਨ ਗੁਰਪ੍ਰੀਤ ਕੌਰ ਮੈਨੂੰ ਸੜਕ ਦੇ ਕਿਨਾਰੇ ਤੇ ਮਿਲੀ, ਜਿਸ ਤੋਂ ਬਾਅਦ ਮੈਂ ਉਸ ਨੂੰ ਗੁਰਦੁਆਰੇ ਸਾਹਿਬ ਲੈ ਆਇਆ ਤੇ ਉਸ ਨੂੰ ਇੱਕ ਕਮਰਾ ਦੇ ਵਿੱਚ ਠਹਿਰਾ ਦਿੱਤਾ। ਮੈਂ ਸੋਚਿਆ ਕਿ ਗੁਰਪ੍ਰੀਤ ਕੌਰ ਦਾ ਵਿਆਹ ਉਸ ਲੜਕੇ ਦੇ ਨਾਲ ਕਰਵਾ ਦੇਵਾਂਗਾ ਤੇ ਉਹ ਹੀ ਇਸ ਦਾ ਖਿਆਲ ਰੱਖੇਗਾ। ਪਰ ਕੁਝ ਟਾਈਮ ਤੋਂ ਉਹ ਲੜਕਾ ਵੀ ਗੁਰਦੁਆਰੇ ਸਾਹਿਬ ਵਿੱਚ ਨਹੀਂ ਆ ਰਿਹਾ ਸੀ। ਸੋ ਗੁਰਪ੍ਰੀਤ ਕੌਰ ਦਾ ਖਿਆਲ ਮੈਨੂੰ ਹੀ ਰੱਖਣਾ ਪੈਣਾ ਸੀ। ਸ਼ਾਇਦ ਪਰਮਾਤਮਾ ਨੇ ਹੀ ਮੇਰੀ ਸੇਵਾ ਲਗਾਈ ਸੀ। ਕੁਝ ਦਿਨਾਂ ਬਾਅਦ ਪਤਾ ਲੱਗਿਆ ਕਿ ਉਹ ਲੜਕਾ ਵੀ ਕੋਈ ਬਿਮਾਰੀ ਦੇ ਕਾਰਨ ਮਰ ਚੁੱਕਿਆ ਸੀ, ਜਿਸ ਦੀ ਉਡੀਕ ਮੈਨੂੰ ਤੇ ਗੁਰਪ੍ਰੀਤ ਨੂੰ ਸੀ। ਹੁਣ ਇਸ ਨੂੰ ਕੀ ਕਿਹਾ ਜਾ ਸਕਦਾ ਸੀ। ਉਸ ਵੇਲੇ ਤੱਕ ਤਾਂ ਗੁਰਪ੍ਰੀਤ ਕੌਰ ਇਕੱਲੀ ਹੋ ਚੁੱਕੀ ਸੀ। ਉਸ ਦੀ ਜ਼ਿੰਦਗੀ ਵਿੱਚ ਜੋ ਵੀ ਆਉਂਦਾ ਰਿਹਾ ਉਹ ਮਰਦਾ ਰਿਹਾ। ਪਰਮਾਤਮਾ ਕੀ ਚਾਹੁੰਦਾ ਸੀ ਕੋਈ ਵੀ ਨਹੀਂ ਜਾਣਦਾ। ਮੈਂ ਆਪਣਾ ਫਰਜ਼ ਸਮਝ ਕੇ ਗੁਰਪ੍ਰੀਤ ਕੌਰ ਨੂੰ ਕਿਹਾ, ਮੈਂ ਹੀ ਅੱਜ ਤੋਂ ਬਾਅਦ ਤੇਰਾ ਪਿਤਾ ਹਾਂ। ਕੁਝ ਕੁ ਦਿਨਾਂ ਬਾਅਦ ਗੁਰਪ੍ਰੀਤ ਕੌਰ ਨੂੰ ਆਪਣੇ ਜ਼ਖਮਾਂ ਵਾਲੀ ਜਗ੍ਹਾ ਤੇ ਉੱਤੇ ਕੋਈ ਤਕਲੀਫ ਮਹਿਸੂਸ ਹੋਈ ਤੇ ਮੈਂ ਉਸ ਨੂੰ ਡਾਕਟਰ ਦੇ ਕੋਲ ਲੈ ਗਿਆ। ਚੈੱਕਅਪ ਤੋਂ ਬਾਅਦ ਪਤਾ ਲੱਗਿਆ ਕਿ ਉਸ ਦੇ ਜ਼ਖਮਾਂ ਦੇ ਵਿੱਚ ਇਨਫੈਕਸ਼ਨ ਪੈ ਚੁੱਕੀ ਹੈ ਤੇ ਉਸ ਦੀ ਇਨਫੈਕਸ਼ਨ ਹੋਣ ਕਾਰਨ ਭਿਆਨਕ ਬਿਮਾਰੀ ਦਾ ਰੂਪ ਲੈ ਚੁੱਕੀ ਹੈ ਕਿ ਉਹ ਬਿਮਾਰੀ ਇੰਨੀ ਫੈਲ ਚੁੱਕੀ ਸੀ ਕਿ ਹੁਣ ਕੁਝ ਸਮਾਂ ਹੀ ਬਚਿਆ ਸੀ ਗੁਰਪ੍ਰੀਤ ਕੌਰ ਦੇ ਕੋਲ। ਹਸਪੀਟਲ ਦੇ ਵਿੱਚ ਗੁਰਪ੍ਰੀਤ ਕੌਰ ਆਪਣੀ ਜ਼ਿੰਦਗੀ ਦੇ ਸਫ਼ਰ ਬਾਰੇ ਸੋਚਦੀ ਰਹੀ ਤੇ ਰੋਂਦੀ ਰਹਿੰਦੀ ਕਿ ਇੱਕ ਦਿਨ ਗੁਰਪ੍ਰੀਤ ਕੌਰ ਨੇ ਕਿਹਾ ਕਿ ਬਾਬਾ ਜੀ, ਮੇਰੀ ਜ਼ਿੰਦਗੀ ਦਾ ਆਖਰੀ ਸਮਾਂ ਆ ਚੁੱਕਿਆ ਹੈ ਤੇ ਮੇਰੇ ਮਨ ਦੇ ਉੱਤੇ ਇੱਕ ਬੋਝ ਹੈ ਜਿਸ ਨੂੰ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦੀ ਹਾਂ। ਗੁਰਪ੍ਰੀਤ ਕੌਰ ਨੇ ਦੱਸਿਆ ਕਿ ਇੱਕ ਵਾਰ ਮੈਂ, ਮੇਰਾ ਪਿਤਾ ਤੇ ਦੂਸਰੀ ਮਾਂ ਜੋ ਕਿ ਉਸ ਵੇਲੇ ਪ੍ਰੈਗਨੈਂਟ ਸੀ, ਬਠਿੰਡੇ ਤੋਂ ਲੁਧਿਆਣੇ ਆ ਰਹੇ ਸੀ ਕਿ ਸਾਡੀ ਗੱਡੀ ਦੇ ਵਿੱਚ ਟਕਰਾ ਕੇ ਇੱਕ ਬੰਦਾ ਜ਼ਖਮੀ ਹੋ ਗਿਆ। ਰਾਤ ਦਾ ਸਮਾਂ ਸੀ। ਉਹ ਬੰਦਾ ਸੜਕ ਤੇ ਪਿਆ ਤੜਪਦਾ ਰਿਹਾ। ਆਪਾਂ ਬਿਨਾਂ ਕੁਝ ਸੋਚੇ ਸਮਝੇ ਉੱਥੋਂ ਚਲੇ ਗਏ। ਮੈਨੂੰ ਅੱਜ ਵੀ ਯਾਦ ਹੈ ਕਿ ਆਪਣੇ ਪਿਤਾ ਨੂੰ ਮੈਂ ਕਹਿੰਦੀ ਰਹੀ ਕਿ ਉਸ ਨੂੰ ਹਸਪੀਟਲ ਲੈ ਚੱਲਦੇ ਹਾਂ। ਜੇਕਰ ਆਪਾਂ ਉਹਨੂੰ ਹਸਪੀਟਲ ਲੈ ਜਾਂਦੇ ਸ਼ਾਇਦ ਉਹ ਬਚ ਹੀ ਜਾਂਦਾ ਤੇ ਉਹੀ ਜਗ੍ਹਾ ਸੀ ਜਿੱਥੇ ਮੇਰਾ ਐਕਸੀਡੈਂਟ ਹੋਇਆ ਸੀ। ਅਗਲੇ ਦਿਨ ਆਪਾਂ ਅਖਬਾਰ ਦੇ ਵਿੱਚ ਦੇਖਿਆ ਕਿ ਮਰਨ ਵਾਲਾ ਬੰਦਾ ਆਪਣੀ ਫਸਲ ਵੇਚ ਕੇ ਆਪਣੇ ਘਰ ਜਾ ਰਿਹਾ ਸੀ ਤੇ ਉਹ ਆਪਣੇ ਘਰ ਦੇ ਵਿੱਚ ਇਕੱਲਾ ਹੀ ਕਮਾਉਣ ਵਾਲਾ ਸੀ। ਉਸ ਦੀ ਮੌਤ ਤੋਂ ਬਾਅਦ ਉਸ ਦੀ ਪਤਨੀ ਤੇ 2 ਬੱਚੇ ਨੇ ਜ਼ਹਿਰ ਖਾ ਕੇ ਆਤਮ ਹੱਤਿਆ ਕਰ ਲਈ। ਇਹ ਖਬਰ ਸੁਣਨ ਤੋਂ ਬਾਅਦ ਹੀ ਮੇਰੀ ਦੂਸਰੀ ਮਾਂ ਜੋ ਕਿ ਉਸ ਵੇਲੇ ਪ੍ਰੈਗਨੈਂਟ ਸੀ, ਪਰੇਸ਼ਾਨੀ ਦੇ ਵਿੱਚ ਰਹਿਣ ਲੱਗੀ ਤੇ ਇਸ ਦੁੱਖ ਤੇ ਤਕਲੀਫ ਦੇ ਵਿੱਚ ਹੀ ਉਹ ਆਪਣੇ ਬੱਚੇ ਨੂੰ ਜਨਮ ਦੇਣ ਤੋਂ ਪਹਿਲਾਂ ਹੀ ਮਰ ਗਈ। ਤੇ ਮੈਨੂੰ ਹੁਣ ਇਹੀ ਲੱਗਦਾ ਰਹਿੰਦਾ ਹੈ ਕਿ ਉਸ ਗਲਤੀ ਕਰਕੇ ਹੀ ਮੈਨੂੰ
ਇਹ ਸਭ ਕੁਝ ਦੇਖਣਾ ਪਿਆ। ਗੁਰਪ੍ਰੀਤ ਦੀ ਗੱਲ ਸੁਣ ਕੇ ਮੈਂ ਪਰਮਾਤਮਾ ਅੱਗੇ ਅਰਦਾਸ ਕੀਤੀ ਤੇ ਕੁਝ ਕੁ ਦਿਨਾਂ ਬਾਅਦ ਹੀ ਗੁਰਪ੍ਰੀਤ ਕੌਰ ਉਸੇ ਹਸਪੀਟਲ ਦੇ ਵਿੱਚ ਮੇਰੀ ਬਾਹਾਂ ਦੇ ਵਿੱਚ ਦਮ ਤੋੜ ਗਈ। ਹੁਣ ਗੁਰਪ੍ਰੀਤ ਕੌਰ ਦੀ ਜ਼ਿੰਦਗੀ ਦਾ ਸਫ਼ਰ ਕਿੱਥੋਂ ਚੱਲਿਆ ਸੀ ਤੇ ਕਿੱਥੇ ਆ ਕੇ ਥੰਬਿਆ, ਮੈਂ ਤੁਹਾਡੇ ਅੱਗੇ ਗੁਰਪ੍ਰੀਤ ਕੌਰ ਦੀ ਸਾਰੀ ਜ਼ਿੰਦਗੀ ਦਾ ਸਫ਼ਰ ਬਿਆਨ ਕਰ ਦਿੱਤਾ। ਹੁਣ ਤੁਹਾਨੂੰ ਜਵਾਬ ਦੇਣਾ ਪਵੇਗਾ ਗੁਰਪ੍ਰੀਤ ਕੌਰ ਦੇ ਦੁੱਖਾਂ ਦਾ ਕਾਰਨ ਉਹ ਮਰਿਆ ਹੋਇਆ ਪਰਿਵਾਰ ਸੀ ਜਾਂ ਫਿਰ ਗੁਰਪ੍ਰੀਤ ਕੌਰ ਦੀ ਜ਼ਿੰਦਗੀ ਦੇ ਵਿੱਚ ਇਹ ਸਭ ਭੋਗਣਾ ਹੀ ਸੀ। ਜੀ ਵੀਡੀਓ ਨੂੰ ਲਾਈਕ ਅਤੇ ਰਿਸ਼ਤੇਦਾਰਾਂ ਦੇ ਨਾਲ ਸ਼ੇਅਰ ਜ਼ਰੂਰ ਕਰਿਓ ਜੀ। ਜੇਕਰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਬੈਲ ਆਈਕਨ ਨੂੰ ਦਬਾ ਲੈਣਾ, ਜਿਸ ਨਾਲ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ। ਮਿਲਦੇ ਹਾਂ ਅਗਲੀ ਵੀਡੀਓ ਵਿੱਚ, ਉਦੋਂ ਤੱਕ ਗੱਜ ਕੇ ਬੁਲਾਓ ਫਤਿਹ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।